गुरु प्यारी सत्कारयोग साध संगत जी, राधा स्वामी। अज फिर मैं आप जी की सेवा विच हाजिर होया हाँ। अज श्री हजूर बाबा जी मौजूदा सरकार जी की एक सच्ची गल जो जिन्हों आपां साखी कह सकते हाँ, आप जी अगे रखन लग्या हाँ। यह जो गल मैं आप जी अगे रख रहा हाँ, साखी रख रहा हाँ, ये उस वेले दी है जदों मोहाली दे अंदर जिथे हुण प्रैजेंट सत्संग घर है सैक्टर 76 उसकी जमीन लई सी ते बड़ी जोरां सोरां दे नाल उत्थे सेवा करन दा मौका हजूर जी ने दास नूं बख्शिया सी। जदों सेवा दे जाण दा मौका हजूर ने दिता तां उत्थे अलग अलग सेंटरां दे विचों सेवादार आया करते सी, वो दिन रात आया करते सी। इन्ना प्यार उस वेले देखण नूं मिलदा सी, आपस विच इन्नी रूहां दा संगत दा कि अज भी उस दिन नूं याद करके एक अलग जा उस प्यार दा नशा मिलदा है जो सेवा दे अंदरों मिलदा सी, जिन्हों आपां गुरु दा प्यार कह सकते हाँ। संगत इज गॉड। जो मेरी जिंदगी दा अनुभव है वो एक मैं लफ्ज इस्तेमाल करदा हाँ कि संगत इज गॉड, संगत ही रब है और रब दे विच ही वो प्यार है किहड़ा, वो सतगुरु दा प्यार है किहड़ा, वो संगत दे अंदर मिलदा है। जे गुरु दा प्यार पाना है ते संगत विच गुरु दा सिमरन करके जे आपां सेवा करिए ते उस मालिक दा प्यार मिलूगा। गुरु तां गुरु ही है, वो सतगुरु है, कुल मालिक है। उसकी असीं की वडियाई करिए, आपां उसकी वडियाई नहीं कर सकते, ना आपां उस दी वडियाई करन जोग हाँ। असीं नहीं कर सकते। जे मैं समुंदर दी मैं स्याही बनावां, जे मैं समुंदर दी स्याही बनावां, आसमान दा बना दवां कागज, दरख्तां दी कलम बनावां, तां भी अपने गुर सतगुर दी वडियाई ना लिख पावां, उसकी वडियाई ना कर पावां, क्योंकि वो कुल मालिक है, सतगुर है। अज उस सहनशाह दी गल वो साखी मैं आप जी अगे रखन लग्या हाँ। जो मैनू मोहाली सेंटर दे विच सेवा करन दा हजूर जी ने मौका बख्शिश कह सकदा कि बख्शिश की, उस दया की, रहमत की, जिसने मैनू उस सत्संग घर दे विच जाण दा मौका बख्शिया। शुक्र 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 गुजारा जिसने मेरी जिंदगी नूं बदल के रख दिता। वो कुल मालिक जिदा लफ्ज नहीं है, मेरे पास कोई लफ्ज नहीं है कि मैं अपने सहनशाह दा शुक्रिया किहड़े मूँह दे नाल करां, किहड़ी जबान दे नाल करां, नहीं है।
ਉਹ ਲਫ਼ਜ਼ ਨਹੀਂ ਹੈ। ਇਹ ਸਾਖੀ 1995 ਦੇ ਆਸ-ਪਾਸ ਦਿਨਾਂ ਦੀ ਹੈ। ਮੈਂ ਇੱਕ ਸ਼ਖਸ, ਇੱਕ ਰੂਹ ਨੂੰ ਮਿਲਿਆ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਮੈਨੂੰ ਸੁਣਾਈ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਸ਼ਿਕਾਰੀ ਹੋਇਆ ਕਰਦਾ ਸੀ। ਸ਼ਿਕਾਰ ਕਰਨ ਦਾ ਮੈਨੂੰ ਬੜਾ ਸ਼ੌਂਕ ਸੀ ਅਤੇ ਰੋਜ਼ ਮੈਂ ਸ਼ਿਕਾਰ ਕਰਨ ਵਾਸਤੇ ਨਿਕਲਿਆ ਕਰਦਾ ਸੀ। ਜਦੋਂ ਮੈਨੂੰ ਕੋਈ ਸ਼ਿਕਾਰ ਮਿਲਦਾ ਮੈਂ ਮਾਰ ਕੇ ਲਿਆਉਣਾ ਅਤੇ ਆਪ ਵੀ ਖਾਣਾ ਅਤੇ ਆਪਣੀ ਘਰ ਵਾਲੀ ਨੂੰ ਵੀ ਖਾਣ ਵਾਸਤੇ ਕਹਿਣਾ, ਪਰ ਉਹ ਨਹੀਂ ਖਾਇਆ ਕਰਦੀ ਸੀ। ਇੱਕ ਦਿਨ ਕੀ ਹੋਇਆ ਕਿ ਮੈਂ ਆਪਣੇ ਘਰ ਆਰਾਮ ਕਰ ਰਿਹਾ ਸੀ ਮੰਜੇ 'ਤੇ, ਅਤੇ 2 ਜਮਦੂਤ ਆਏ। ਮੈਨੂੰ ਸਰੀਰ ਦੇ ਵਿੱਚੋਂ ਕੁੱਟ-ਕੁੱਟ ਕੇ ਕੱਢ ਕੇ ਲੈ ਗਏ। ਮੈਂ ਮਰ ਗਿਆ। ਉਹਨਾਂ ਨੇ ਜਾ ਕੇ ਮੈਨੂੰ ਧਰਮਰਾਜ ਦੀ ਕਚਹਿਰੀ ਵਿੱਚ ਲਾਈਨ ਵਿੱਚ ਜਾ ਕੇ ਖੜ੍ਹਾ ਕਰ ਦਿੱਤਾ। ਮੈਂ ਦੇਖਿਆ ਕਿ ਧਰਮਰਾਜ ਜੀ ਰੂਹਾਂ ਦਾ ਖਾਤਾ ਖੋਲ੍ਹਦੇ ਪਏ ਨੇ ਅਤੇ ਖਾਤੇ ਮੁਤਾਬਕ ਖੋਲ੍ਹ ਕੇ ਸਾਰੀ ਰੂਹਾਂ ਨੂੰ ਨਰਕਾਂ ਵੱਲ ਭੇਜਦੇ ਪਏ ਨੇ। ਮੈਂ ਡਰ ਗਿਆ ਕਿ ਮੈਂ ਤਾਂ ਸਾਰੀ ਜ਼ਿੰਦਗੀ ਪਾਪ ਕੀਤਾ ਹੈ, ਮੈਨੂੰ ਅੱਜ ਛੱਡੂਗਾ ਨਹੀਂ, ਅੱਜ ਮੈਨੂੰ ਧਰਮਰਾਜ ਨੇ ਨਰਕਾਂ ਵਿੱਚ ਭੇਜ ਦੇਣਾ, ਮੈਨੂੰ ਬਹੁਤ ਮਾਰ ਪੈਣੀ ਹੈ। ਮੈਂ ਡਰ ਗਿਆ, ਮੈਂ ਅੰਦਰੋਂ ਬਹੁਤ ਬੁਰੀ ਤਰ੍ਹਾਂ ਡਰ ਗਿਆ। ਮੈਂ ਸ਼ਿਵ ਸ਼ੰਕਰ ਜੀ ਦਾ ਭਗਤ ਸੀ, ਸ਼ਿਵ ਸ਼ੰਕਰ ਨੂੰ ਯਾਦ ਕਰਨ ਲੱਗਿਆ। ਕੁਦਰਤੀ ਗੱਲ ਹੈ ਕਿ ਸ਼ਿਵ ਸ਼ੰਕਰ ਜੀ ਉੱਥੇ ਚੱਕਰ ਮਾਰਨ ਵਾਸਤੇ ਆ ਗਏ। ਉਹਨਾਂ ਦਾ ਮਹਿਕਮਾ ਹੈ। ਉਹ ਜਦੋਂ ਉੱਥੇ ਆਏ ਤਾਂ ਮੈਂ ਉਹਨਾਂ ਅੱਗੇ ਅਰਜ਼ ਕੀਤੀ, ਬੇਨਤੀ ਕੀਤੀ ਕਿ ਸ਼ਿਵ ਸ਼ੰਕਰ ਜੀ ਮੈਨੂੰ ਅੱਜ ਬਚਾ ਲਵੋ ਇਹਨਾਂ ਕੋਲੋਂ। ਮੈਂ ਸਾਰੀ ਜ਼ਿੰਦਗੀ ਪਾਪ ਕੀਤਾ ਅਤੇ ਸਾਰੀ ਜ਼ਿੰਦਗੀ ਸ਼ਿਕਾਰ ਕਰਦਾ ਰਿਹਾ, ਮੈਨੂੰ ਪਤਾ ਨਹੀਂ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਮੈਂ ਤੈਨੂੰ ਕਿਹਾ ਸੀ ਕਿ ਤੂੰ ਸ਼ਿਕਾਰ ਕਰ, ਕਿਸੇ ਜੀਵ ਨੂੰ ਮਾਰ। ਮੈਨੇ ਕਿਹਾ ਨਹੀਂ। ਕਹਿੰਦੇ ਭਾਈ ਜੋ ਵੀ ਤੈਨੇ ਕਿ ਬੁਰਾ ਕੰਮ ਕੀਤਾ ਹੈ ਜਾਂ ਅੱਛਾ ਕੰਮ ਕੀਤਾ ਹੈ ਉਹਦਾ ਫਲ ਤੈਨੂੰ ਅੱਜ ਮਿਲ ਜੂਗਾ। ਉਹ ਸਾਹਮਣੇ ਧਰਮਰਾਜ ਜੀ ਬੈਠੇ ਨੇ, ਤੇਰਾ ਹਿਸਾਬ ਕਰ ਦੇਣਗੇ। ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਤੁਹਾਡੀ ਸਾਰੀ ਜ਼ਿੰਦਗੀ ਪੂਜਾ ਕੀਤੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਤੈਨੇ ਪੂਜਾ ਕੀਤੀ ਹੈ ਤੈਨੂੰ ਉਹਦਾ ਵੀ ਫਲ ਮਿਲੂਗਾ, ਅਤੇ ਜੋ ਤੈਨੂੰ ਕੋਈ ਪਾਪ ਕੀਤੇ ਨੇ ਤੈਨੂੰ ਉਹਦਾ ਵੀ ਫਲ ਮਿਲੂਗਾ। ਉਹ ਸਾਹਮਣੇ ਧਰਮਰਾਜ ਜੀ ਬੈਠੇ ਨੇ, ਤੇਰੇ ਕਰਮਾਂ ਦੇ ਮੁਤਾਬਕ ਤੇਰਾ ਅੱਜ ਹਿਸਾਬ ਕਿਤਾਬ ਹੈ ਕਿਹੜਾ ਉਹ ਕਰ ਦੇਣਗੇ, ਤੇਰਾ ਫੈਸਲਾ ਕਰ ਦੇਣਗੇ। ਉਹਨਾਂ ਨੇ ਮੇਰੀ ਸੁਣੀ ਨਹੀਂ, ਹੋਰ ਕੋਈ ਅਰਜ਼ ਇੰਨੀ ਕਹਿ ਕੇ ਉਹ ਉੱਥੋਂ ਚਲੇ ਗਏ। ਮੈਂ ਡਰ ਗਿਆ, ਘਬਰਾ ਗਿਆ ਕਿ ਮੈਂ ਤਾਂ ਸ਼ਿਵ ਸ਼ੰਕਰ ਜੀ ਦੀ ਪੂਜਾ ਕਰਦਾ ਰਿਹਾ। ਮੈਂ ਕੀ, ਉਹਨਾਂ ਨੇ ਮੈਨੂੰ ਅੱਜ ਜਵਾਬ ਦੇ ਦਿੱਤਾ, ਮੈਂ ਕੀ ਕਰਾਂ। ਮੇਰੇ ਅੰਦਰੋਂ ਇੱਕ ਕਸ਼ਿਸ਼ ਪੈਦਾ ਹੋਈ ਕਿ ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਦੀ ਪੂਜਾ ਕੀਤੀ, ਅੱਜ ਮੇਰੇ ਉਹ ਕੰਮ ਨਹੀਂ ਆਉਣੀ। ਮੇਰੇ ਅੰਦਰ ਇੱਕ ਕਸ਼ਿਸ਼ ਪੈਦਾ ਹੋਈ, ਮੇਰੇ ਅੰਦਰ ਆਵਾਜ਼ ਨਿਕਲੀ ਅੰਦਰੋਂ ਕਿ ਮੈਂ ਸਾਰੀ ਜ਼ਿੰਦਗੀ ਜਿਹਨੂੰ ਰੱਬ ਸਮਝਦਾ ਰਿਹਾ, ਜਿਹਨੂੰ ਮੈਂ ਰੱਬ ਮੰਨਦਾ ਰਿਹਾ, ਅੱਜ ਮੇਰੀ ਮਦਦ ਨਹੀਂ ਹੋਈ। ਕਿ ਇਸ ਤੋਂ ਉੱਪਰ ਵੀ ਕੋਈ ਰੱਬ ਹੈ ਜੋ ਅੱਜ ਮੈਨੂੰ ਇਸ ਧਰਮਰਾਜ ਦੀ ਕਚਹਿਰੀ ਵਿੱਚੋਂ ਬਚਾ ਲਵੇ, ਮੈਨੂੰ ਇਸ ਨਰਕਾਂ ਤੋਂ ਬਚਾ ਲਵੇ। ਉਸੇ ਵੇਲੇ ਇੱਕ ਮੈਨੂੰ ਆਵਾਜ਼ ਆਈ, ਮੈਨੂੰ ਕਹਿੰਦੇ ਤੂੰ ਮੇਰੇ ਪਿੱਛੇ ਪਿੱਛੇ ਆ ਜਾ। ਮੈਂ ਦੇਖਿਆ ਜਮਦੂਤ ਭੱਜ ਗਏ, ਧਰਮਰਾਜ ਵੀ ਭੱਜ ਗਿਆ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ।
ਫਿਰ ਉਹਨਾਂ ਨੇ ਮੈਨੂੰ ਕਿਹਾ ਤੂੰ ਮੇਰੇ ਪਿੱਛੇ ਪਿੱਛੇ ਆ ਜਾ। ਮੈਂ ਉਹਨਾਂ ਦੇ ਪਿੱਛੇ ਪਿੱਛੇ ਚੱਲਦਾ ਗਿਆ, ਦਰਵਾਜ਼ੇ ਖੁੱਲ੍ਹਦੇ ਗਏ। ਮੈਂ ਉਹਨਾਂ ਦੇ ਪਿੱਛੇ ਪਿੱਛੇ ਚੱਲਦਾ ਇੱਕ ਬਾਹਰ ਰੋਡ 'ਤੇ ਆ ਗਿਆ। ਮੈਨੂੰ ਉਹਨਾਂ ਨੇ ਕਿਹਾ ਅੱਖਾਂ ਬੰਦ ਕਰ, ਤੂੰ ਆਪਣੇ ਘਰ ਪਹੁੰਚ ਜਾਏਗਾ, ਸਰੀਰ 'ਚ ਪਹੁੰਚ ਜਾਏਗਾ। ਮੈਂ ਕਿਹਾ ਤੁਸੀਂ ਕੌਣ? ਮੈਂ ਤੁਹਾਨੂੰ ਮਿਲਣਾ ਹੋਵੇ ਤਾਂ ਮੈਂ ਕਿੱਥੇ ਆ ਕੇ ਮਿਲਾਂ? ਬਸ ਮੈਨੂੰ ਕਿਹਾ ਤੂੰ ਡੇਰੇ ਆ ਜਾਈਂ। ਇੰਨੀ ਗੱਲ ਕਹਿ ਕੇ ਉਹ ਲੋਪ ਹੋ ਗਏ। ਮੈਂ ਅੱਖਾਂ ਬੰਦ ਕੀਤੀਆਂ, ਮੈਂ ਆਪਣੇ ਸਰੀਰ ਵਿੱਚ ਆ ਗਿਆ। ਸਵੇਰ ਹੋ ਗਈ ਸੀ। ਪੂਰੀ ਰਾਤ ਮੈਂ ਉਸ ਧਰਮਰਾਜ ਦੀ ਕਚਹਿਰੀ ਵਿੱਚ ਕੱਢ ਦਿੱਤੀ। ਸਵੇਰ ਦਾ ਟਾਈਮ ਸੀ। ਮੈਂ ਉੱਠਿਆ, ਗਰਮੀ ਹੋਇਆ ਪਿਆ ਸੀ, ਸਰਦੀਆਂ ਦੇ ਦਿਨ ਸੀ ਅਤੇ ਮੈਂ ਗਰਮੀ ਹੋਇਆ ਸੀ। ਮੈਂ ਉੱਠਿਆ, ਉੱਠਦੇ ਸਾਰ ਸਭ ਤੋਂ ਪਹਿਲਾਂ ਮੇਰੀ ਉੱਪਰ ਉੱਥੇ ਰਾਫਲ ਟੰਗੀ ਸੀ ਕਿਹੜੀ, ਮੈਂ ਉਹ ਚੱਕੀ ਅਤੇ ਤੋੜ ਦਿੱਤੀ। ਮੈਂ ਬੜਾ ਬੇਚੈਨ ਹੋ ਗਿਆ ਕਿ ਬਸ ਮੈਨੂੰ ਉਸ ਸਰਦਾਰ ਨੇ ਬਚਾਇਆ ਸੀ ਅਤੇ ਉਹਨਾਂ ਨੇ ਕਿਹਾ ਸੀ ਡੇਰੇ ਆ ਜਾ। ਮੈਂ ਉਹ ਡੇਰੇ ਜਾਣਾ ਹੈ। ਮੈਂ ਉੱਠ ਕੇ ਆਪਣੀ ਮਿਸਿਜ਼ ਨੂੰ ਕਿਹਾ ਕਿ ਭਗਵਾਨੇ, ਮੈਂ ਤਾਂ ਰਾਤੀ ਮਰ ਗਿਆ ਸੀ, ਮੈਨੂੰ ਜਮਦੂਤ ਲੈ ਗਏ ਸੀ ਧਰਮਰਾਜ ਦੀ ਕਚਹਿਰੀ ਦੇ ਅੰਦਰ। ਜੋ ਮੇਰਾ ਵਾਕਿਆ ਮੇਰੇ ਨਾਲ ਵਾਪਰਿਆ ਮੈਂ ਸਾਰੀ ਗੱਲ ਉਹਨੂੰ ਦੱਸੀ ਅਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਇੱਕ ਸਰਦਾਰ ਨੇ ਆ ਕੇ ਬਚਾਇਆ ਹੈ। ਉਹਨੇ ਮੈਨੂੰ ਕਿਹਾ ਸੀ ਡੇਰੇ ਆ ਜਾਈਂ। ਹੁਣ ਉਹ ਕਿਹੜਾ ਡੇਰਾ, ਮੈਨੂੰ ਐਡਰੈਸ ਤਾਂ ਮੈਨੂੰ ਪਤਾ ਨਹੀਂ। ਮੈਂ ਸੋਚਿਆ ਸੀ ਕੋਈ ਛੋਟਾ ਮੋਟਾ ਕੋਈ ਡੇਰਾ ਹੋਊਗਾ। ਮੈਂ ਆਸ ਪਾਸ ਜਿੰਨੇ ਵੀ ਉੱਥੇ ਡੇਰੇ ਸੀ, ਮੈਂ ਸਾਈਕਲ ਚੁੱਕਿਆ, ਆਪਣੀ ਮਿਸਿਸ ਨੂੰ ਕਿਹਾ ਕਿ ਮੈਨੂੰ 2 ਰੋਟੀਆਂ ਬੰਨ੍ਹ ਦੇ ਅਤੇ ਮੈਂ ਡੇਰੇ ਜਾ ਕੇ ਆਉਂਦਾ। ਮੈਂ ਉੱਥੇ ਨਾਲ ਆਪਣੇ ਘਰ ਦੇ ਨੇੜੇ ਡੇਰੇ ਸੀ ਜਿਹੜੇ, ਮੈਂ ਉੱਥੇ ਗਿਆ, ਪਰ ਮੈਨੂੰ ਉਹ ਸਰਦਾਰ ਉੱਥੇ ਨਜ਼ਰ ਨਹੀਂ ਆਇਆ। ਮੈਂ 1 2 3 4 ਐਵੇਂ ਘੁੰਮਦਾ ਮੈਂ ਕਿ ਸਾਰਾ ਗਾਹ ਮਾਰਿਆ। ਐਵੇਂ ਕਰਦੇ ਮੇਰੇ 15 20 ਦਿਨ 25 ਦਿਨ ਨਿਕਲ ਗਏ। ਮੈਂ ਥੱਕ ਗਿਆ, ਟੁੱਟ ਗਿਆ ਕਿ ਉਹ ਸਰਦਾਰ ਮੈਨੂੰ ਕਿੱਥੇ ਮਿਲੂਗਾ। ਮੈਂ ਦਿਨ ਰਾਤ ਬਸ ਇਹੀ ਸੋਚ ਵਿੱਚ ਰਹਿੰਦਾ ਕਿ ਉਹ ਸਰਦਾਰ ਕਿੱਥੇ ਮਿਲੂਗਾ। ਉਹਨੇ ਮੈਨੂੰ ਕਿਹਾ ਸੀ ਡੇਰੇ ਆ ਜਾਈਂ। ਬਸ ਮੈਨੂੰ ਨੀਂਦ ਨਾ ਆਵੇ, ਬੇਚੈਨੀ ਲੱਗੀ ਹੋਈ ਸੀ ਕਿ ਮੈਂ ਜਾ ਕੇ ਉਸ ਸਰਦਾਰ ਨੂੰ ਜਾ ਕੇ ਮਿਲਾਂ ਜਿਹਨੇ ਮੈਨੂੰ ਉਸ ਨਰਕਾਂ ਦੇ ਵਿੱਚੋਂ ਕੱਢਿਆ। ਮੈਂ ਆਪਣੀ ਇੱਕ ਦੀ ਮਿਸਿਜ਼ ਨੂੰ ਕਿਹਾ ਕਿ ਭਗਵਾਨੇ ਮੈਨੂੰ ਰੋਟੀ ਬੰਨ੍ਹ ਦੇ, ਜਿੰਨੀ ਵੀ ਬੰਨ੍ਹਣੀ ਹੈ। ਮੈਂ ਤਾਂ ਹੁਣ ਘਰ ਵਾਪਸ ਤਾਂ ਹੀ ਆਊਂਗਾ ਜਦੋਂ ਮੈਨੂੰ ਉਹ ਸਰਦਾਰ ਮਿਲੂਗਾ। ਮੈਂ ਨਿਕਲ ਗਿਆ। ਜਦੋਂ ਮੈਂ ਨਿਕਲਿਆ, ਮੈਂ 1 ਡੇਰਾ 2 ਡੇਰਾ 3 ਡੇਰਾ ਕਈ ਡੇਰੇ ਘੁੰਮਦਾ ਰਿਹਾ। ਕਰਦੇ ਮਹੀਨਾ ਸਵਾ ਮਹੀਨਾ ਐਵੇਂ ਹੋ ਗਿਆ। ਇੱਕ ਦਿਨ ਅਚਾਨਕ ਮੈਂ ਥੱਕ ਟੁੱਟ ਕੇ ਜਲੰਧਰ ਦੇ ਬੱਸ ਸਟੈਂਡ ਕੋਲ ਆ ਕੇ ਬੈਠ ਗਿਆ। ਉੱਥੇ ਇੱਕ ਬੱਸ 'ਤੇ ਕੰਡਕਟਰ ਬੰਦਾ ਬੋਲ ਰਿਹਾ ਸੀ ਡੇਰਾ 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 ਡੇਰੇ 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 ਡੇਰੇ। ਆਵਾਜ਼ ਆਈ ਮੇਰੇ ਕੰਨਾਂ ਵਿੱਚ। ਮੈਂ ਭੱਜ ਕੇ ਉਹ ਬੱਸ ਕੋਲ ਸਾਈਕਲ ਸੀ ਕਿਹੜਾ ਸੁੱਟਤਾ। ਭੱਜ ਕੇ ਮੈਂ ਉੱਥੇ ਗਿਆ, ਉਹਨੂੰ ਕਿਹਾ ਕਿ ਭਾਈ ਕਿੱਥੇ ਚੱਲੇ ਹੋ? ਉਹ ਕਹਿੰਦਾ ਡੇਰੇ ਚੱਲੀ ਆ। ਮੈਂ ਕਿਹਾ ਡੇਰੇ ਚੱਲੀ ਆ? ਉਹ ਕਹਿੰਦਾ ਹਾਂਜੀ ਡੇਰੇ। ਮੈਂ ਆਪਣਾ ਉਹਦੇ ਉੱਪਰ ਚੜ੍ਹ ਗਿਆ। ਸਾਈਕਲ ਉੱਥੇ ਜਿੱਥੇ ਸੁੱਟ ਕੇ ਆਇਆ ਸੀ ਉੱਥੇ ਸੁੱਟ ਕੇ ਆ ਤਾਂ ਮੈਂ ਚੁੱਪ ਕਰਕੇ ਬੈਠ ਗਿਆ। ਮੈਂ ਟਿਕਟ ਲਈ। ਮੈਂ ਸੋਚਿਆ ਕੋਈ ਡੇਰਾ ਹੋਊਗਾ, ਚਲੋ ਅੱਜ ਇਹ ਵੀ ਦੇਖ ਲੈਣਾ। ਮੈਂ ਉਹ ਬੱਸ ਵਿੱਚ ਬਸ ਐਵੇਂ ਇੱਧਰ ਉੱਧਰ ਦੇਖਦਾ ਗਿਆ।
ਤਾਂ ਮੈਂ ਦੇਖਿਆ ਉਹ ਬੱਸ ਸੀ ਕਿਹੜੀ, ਇੱਕ ਡੇਰੇ ਵਿੱਚ ਜਦੋਂ ਐਂਟਰੀ ਹੋਈ ਮੈਂ ਦੇਖਿਆ ਕਿ ਇੱਥੇ ਸੰਗਤ ਬਹੁਤ ਹੈ, ਦੁਕਾਨਾਂ ਵੀ ਨੇ, ਕੰਟੀਨਾਂ ਵੀ ਨੇ, ਸਭ ਕੁਛ ਹੈ। ਮੈਂ ਉੱਥੇ ਦੇਖ ਰਿਹਾ ਕਿ ਜਦੋਂ ਮੈਂ ਉੱਥੇ ਦੇਖਿਆ, ਬੱਸ ਤੋਂ ਨੀਚੇ ਉਤਰਿਆ, ਮੈਂ ਕਿਸੇ ਭਾਈ ਨੂੰ ਪੁੱਛਿਆ ਕਿ ਭਾਈ ਇਹ ਡੇਰਾ ਹੈ? ਉਹਨੇ ਕਿਹਾ ਹਾਂਜੀ ਇਹ ਡੇਰਾ ਹੈ। ਤੁਸੀਂ ਪਹਿਲੀ ਵਾਰ ਆਏ ਹੋ? ਮੈਨੇ ਕਿਹਾ ਹਾਂਜੀ ਮੈਂ ਪਹਿਲੀ ਵਾਰ ਆਇਆ ਹਾਂ। ਅਤੇ ਮੈਂ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਕੀਤੀ। ਬਸ ਮੈਂ ਦੇਖਿਆ ਕਿ ਇਹ ਡੇਰਾ ਇਹ ਇਸ ਤਰ੍ਹਾਂ ਇੰਨਾ ਵੱਡਾ ਡੇਰਾ, ਇਹ ਕਿਹੜਾ ਡੇਰਾ ਹੈ? ਮੈਂ ਕੀ ਪਤਾ ਨਹੀਂ ਸੀ ਮੈਨੂੰ ਕੁਛ ਵੀ। ਮੈਂ ਉਸੇ ਸਰਦਾਰ ਨੂੰ ਲੱਭਦਾ ਪਿਆ ਸੀ, ਮੇਰੀ ਅੱਖਾਂ ਉਸੇ ਸਰਦਾਰ ਨੂੰ ਦੇਖਣ, ਉਸ ਪ੍ਰੀਤਮ ਨੂੰ ਦੇਖਣ ਕਿ ਉਹ ਕਿੱਥੇ ਮਿਲੂਗਾ ਇੰਨੀ ਭੀੜ ਦੇ ਵਿੱਚ, ਇੰਨੇ ਵੱਡੇ ਡੇਰੇ ਦੇ ਵਿੱਚ। ਮੈਂ ਜਦੋਂ ਉੱਥੇ ਲੱਭਦਾ ਰਿਹਾ, ਮੈਨੂੰ ਨਜ਼ਰ ਨਹੀਂ ਆਇਆ। ਮੈਂ ਥੱਕ ਕੇ ਟੁੱਟ ਕੇ ਮੈਨੂੰ ਉੱਥੇ ਬੈਠਾ ਕਿਤੇ, ਮੈਨੂੰ ਸੇਵਾਦਾਰਾਂ ਨੇ ਕਿਹਾ ਕਿ ਭਾਈ ਜਾਓ ਲੰਗਰ ਖਾਓ, ਆਰਾਮ ਕਰੋ। ਉੱਥੋਂ ਉਠਾ ਕੇ ਮੈਨੂੰ ਅੱਗੇ ਭੇਜਤਾ। ਮੇਰੀ ਅੱਖਾਂ ਉਹੀ ਲੱਭਣ ਉਸੇ ਸਰਦਾਰ ਨੂੰ ਕਿ ਉਹ ਸਰਦਾਰ ਮੈਨੂੰ ਕਦੋਂ ਮਿਲੇ। ਮੈਂ ਉਹਨੂੰ ਲੱਭਦਾ ਰਿਹਾ, ਜਾ ਕੇ ਥੱਕ ਟੁੱਟ ਕੇ ਮੈਂ ਕਿਤੇ ਕਿਨਾਰੇ 'ਤੇ ਜਾ ਕੇ ਸੋ ਗਿਆ। ਐਵੇਂ ਸਵੇਰੇ ਸੇਵਾਦਾਰਾਂ ਨੇ ਮੈਨੂੰ ਉਠਾਇਆ ਕਿ ਭਾਈ ਸਤਸੰਗ ਦਾ ਟਾਈਮ ਹੋ ਗਿਆ, ਸਤਸੰਗ 'ਤੇ ਜਾਓ। ਮੈਂ ਉੱਠਿਆ, ਮੂੰਹ ਹੱਥ ਧੋਤਾ। ਮੈਨੂੰ ਕੋਈ ਚੀਜ਼ ਪਸੰਦ ਨਾ ਆਵੇ, ਮੇਰੇ ਦਿਲ ਨਾ ਲੱਗੇ, ਬੇਚੈਨੀ। ਮੈਂ ਉਸੇ ਸਰਦਾਰ ਨੂੰ ਸੋਚਿਆ ਮੈਂ ਕਿਵੇਂ ਲੱਭੂੰਗਾ ਇੰਨੇ ਵੱਡੇ ਡੇਰੇ ਵਿੱਚੋਂ, ਨਾ ਉਹਦਾ ਨਾਮ ਪਤਾ, ਨਾ ਕਿਸੇ ਨੂੰ ਪੁੱਛਣ ਜੋਗਾ। ਮੈਂ ਕੀ ਕਰਾਂ, ਕਿਵੇਂ ਮਿਲੂਗਾ? ਮੈਂ ਐਸੀ ਦੁਵਿਧਾ ਵਿੱਚ, ਸੋਚ ਵਿੱਚ ਸੀ। ਮੈਂ ਬਸ ਮੈਨੂੰ ਸੇਵਾਦਾਰ ਐਵੇਂ ਅੱਗੇ ਕਰਦੇ ਮੈਂ ਉਹ ਸਤਸੰਗ ਦੇ ਪੰਡਾਲ ਵਿੱਚ ਪਹੁੰਚ ਗਿਆ। ਉਦੋਂ TV ਲੱਗੇ ਹੋਏ ਸੀ ਅਤੇ ਮੈਂ ਐਵੇਂ ਬੇਚੈਨ ਹੋ ਕੇ ਇੱਧਰ ਉੱਧਰ ਦੇਖੀ ਜਾਵਾਂ। ਉਹ ਮੈਨੂੰ ਤਾਂ ਉਹੀ ਸਰਦਾਰ ਲੱਭਦਾ ਸੀ ਕਿ ਮੈਨੂੰ ਸਰਦਾਰ ਮਿਲੇ ਅਤੇ ਮੈਂ ਉਹਨੂੰ ਮਿਲਾਂ। ਤਾਂ ਹੀ ਕਰਦਾ ਮੈਨੂੰ ਅੱਗੇ ਪਿੱਛੇ ਵਾਲਿਆਂ ਨੇ ਕਿਹਾ ਬੈਠ ਜਾ, ਟਿੱਕੇ ਬੈਠ ਜਾ। ਮੈਂ ਬੈਠ ਗਿਆ। ਇੰਨੇ ਨੂੰ ਦੇਖਿਆ ਕਿ ਸ੍ਰੀ ਹਜ਼ੂਰ ਬਾਬਾ ਜੀ ਸੱਚੇ ਪਾਤਸ਼ਾਹ ਪੰਡਾਲ ਵਿੱਚ ਪਹੁੰਚ ਗਏ। ਮੈਂ ਨੱਚ ਉੱਠਿਆ, ਕਿਹਾ ਇਹ ਬਾਬਾ ਜੀ, ਇਹ ਸਤਿਗੁਰ, ਇਹ ਬਾਬੇ ਨੇ ਤਾਂ ਮੈਨੂੰ ਉੱਥੇ ਬਚਾਇਆ ਸੀ, ਸਰਦਾਰ ਨੇ ਮੈਨੂੰ ਉੱਥੇ ਬਚਾਇਆ ਸੀ, ਇੱਥੇ ਕਿਵੇਂ? ਇਹ ਸਰਦਾਰ ਨੇ ਤਾਂ ਮੈਨੂੰ ਨਰਕਾਂ 'ਚੋਂ ਕੱਢ ਕੇ ਲੈ ਕੇ ਆਇਆ ਸੀ, ਇੱਥੇ ਕਿਵੇਂ? ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਦੋਂ ਮੈਂ ਉੱਚਾ ਉੱਚਾ ਬੋਲ ਰਿਹਾ ਸੀ, ਮੈਨੂੰ ਸੇਵਾਦਾਰਾਂ ਨੇ ਫੜ ਕੇ ਬਿਠਾ ਦਿੱਤਾ। ਮੈਂ ਚੁੱਪ ਕਰਕੇ ਬੈਠ ਗਿਆ। ਮੈਂ ਉਸ ਸਰਦਾਰ ਵੱਲ ਦੇਖੀ ਗਿਆ, ਲਗਾਤਾਰ ਸਤਸੰਗ ਸੁਣਿਆ ਅਤੇ ਬਾਅਦ ਵਿੱਚ ਮੈਨੂੰ ਸਮਝ ਆਈ, ਪਤਾ ਲੱਗਿਆ ਹੌਲੀ ਫਿਰ ਜਾ ਕੇ ਮੈਂ ਉਸ ਸਤਿਗੁਰ ਦਾ ਸ਼ੁਕਰੀਆ ਕੀਤਾ ਅਤੇ ਨਾਮਦਾਨ ਦੀ ਜੁਗਤੀ ਲਈ। ਹੁਣ ਮੈਂ ਉਹ ਸਤਿਗੁਰ ਦੇ ਦਿੱਤੇ ਹੋਏ ਸਵਾਂਸ ਨੂੰ ਮੈਂ ਵਿਅਰਥ ਨਹੀਂ ਜਾਣ ਦਿੰਦਾ।
ਹੁਣ ਉਹ ਮੇਰੇ ਸਵਾਸ ਵਿਅਰਥ ਨਾ ਜਾਣ, ਇਸ ਕਰਕੇ ਮੈਂ ਹਰ ਸਵਾਸ ਉਸ ਸਤਿਗੁਰ ਦਾ ਸਿਮਰਨ ਕਰਦਾ ਰਹਿੰਦਾ ਹਾਂ। ਇਸ ਕਰਕੇ ਮੈਂ ਇੱਕ ਸਾਈਡ 'ਤੇ ਬੈਠ ਕੇ ਚੁੱਪ-ਚਾਪ ਉਹਦਾ ਸਿਮਰਨ ਦੇ ਵਿੱਚ ਮਸਤ ਰਹਿੰਦਾ ਹਾਂ। ਉਹਦਾ ਜਿੰਨਾ ਸ਼ੁਕਰੀਆ ਮੈਂ ਕਰਾਂ ਓਨਾ ਘੱਟ ਹੈ, ਕਿਉਂਕਿ ਉਹ ਕੁੱਲ ਮਾਲਿਕ ਹੈ, ਸਤਿਗੁਰ ਹੈ। ਉਹ ਕੁਛ ਵੀ ਕਰਨ ਦੀ ਤਾਕਤ ਰੱਖਦਾ ਹੈ, ਮਾਲਿਕ ਹੈ, ਉਹ ਕੁੱਲ ਮਾਲਿਕ ਹੈ। ਭਾਈ ਇਹ ਰੂਹ ਦੀ ਕਸ਼ਿਸ਼ ਹੈ। ਜੇ ਆਪਾਂ ਸੱਚੇ ਦਿਲੋਂ ਉਹ ਸੱਚੇ ਸੁੱਚੇ ਪਰਮਾਤਮਾ ਨੂੰ, ਸਤਿਗੁਰੂ ਨੂੰ ਆਵਾਜ਼ ਮਾਰਾਂਗੇ, ਉਹ ਸਾਡੀ ਰੂਹ ਦੀ ਆਵਾਜ਼ ਨੂੰ ਸੁਣਦੇ ਹਨ ਅਤੇ ਭਵ ਸਾਗਰ 'ਚੋਂ ਪਾਰ ਕਰ ਦਿੰਦੇ ਹਨ। ਸਾਡੇ ਵਿੱਚ ਕਮੀ ਹੈ, ਉਸ ਮਾਲਕ ਵਿੱਚ ਕਮੀ ਨਹੀਂ। ਉਹ ਹਰ ਦੀ ਸੁਣਦਾ ਹੈ। ਜੋ ਸਤਿਗੁਰ ਕੁੱਲ ਮਾਲਕ ਉਸ ਜੀਵ ਨੂੰ, ਉਸ ਰੂਹ ਨੂੰ, ਜਿਹਦੀ ਮੈਂ ਗੱਲ ਆਪ ਜੀ ਦੇ ਅੱਗੇ ਰੱਖੀ ਹੈ, ਜੋ ਸੱਚੀ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਹਨ, ਇਹ ਕਿਸੇ ਦੀ ਆਪਣੀ ਹੱਡ ਬੀਤੀ ਹੈ ਜਿਹਨੂੰ ਮੈਂ ਮਿਲਿਆ ਹਾਂ। ਇਹ ਗੱਲ, ਇਹ ਸਾਖੀ ਮੇਰੇ ਤੋਂ ਨਹੀਂ ਸੁਣਾਈ ਜਾਂਦੀ, ਹਰ ਵਾਰੀ ਦਿਲ ਭਰ ਆਉਂਦਾ ਹੈ। ਮੈਨੂੰ 25-27 ਸਾਲ ਦੇ ਆਸ-ਪਾਸ ਹੋ ਗਿਆ। ਇਹ ਗੱਲ, ਇਹ ਸਾਖੀ ਨਹੀਂ ਸੁਣਾਈ ਜਾਂਦੀ ਮੇਰੇ ਕੋਲੋਂ। ਮੈਂ ਜਦੋਂ ਵੀ ਇਹ ਸਾਖੀ ਕਿਸੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਦਿਲ ਭਰ ਆਉਂਦਾ ਹੈ। ਉਹ ਕੁੱਲ ਮਾਲਿਕ ਹੈ। ਜੇ ਮਾਲਿਕ ਬਸ ਰੂਹ ਦੀ ਕਸ਼ਿਸ਼ ਔਰ ਉਹਦਾ ਪਿਆਰ, ਉਹਦਾ ਪ੍ਰੇਮ ਦੇਖਦੇ ਹਨ, ਕੁਛ ਨਹੀਂ ਦੇਖਦੇ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਮਾਲਕ ਦੇ ਦਿੱਤੇ ਹੋਏ ਸਵਾਸ, ਜੋ ਮਾਲਕ ਨੇ ਸਾਨੂੰ ਬਖਸ਼ੇ ਹਨ, ਇਨਸਾਨ ਦਾ ਜਾਮਾ ਬਖਸ਼ਿਆ ਹੈ ਭਾਈ, ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ। ਇਸ ਕਰਕੇ ਸਾਨੂੰ ਹਰ ਵਕਤ, ਹਰ ਮੌਕੇ, ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ। ਇਸ ਭਵ ਸਾਗਰ 'ਚੋਂ ਜੇ ਅਸੀਂ ਪਾਰ ਹੋਣਾ ਹੈ ਅਤੇ ਆਪਣੇ ਸਤਿਗੁਰ ਦਾ ਕਹਿਣਾ ਮੰਨੀਏ, ਉਹਦੇ ਹੁਕਮ ਦੀ ਪਾਲਣਾ ਕਰੀਏ। ਇਹ ਸ਼ੁਕਰੀਆ ਕਰਨ ਦਾ ਮਾਲਕ ਨੇ ਇੱਕ ਮੌਕਾ ਦਿੱਤਾ ਹੈ। ਜੇ ਆਪਾਂ ਉਹਦਾ ਸ਼ੁਕਰੀਆ ਕਰਾਂਗੇ, ਉਹਦਾ ਸਿਮਰਨ ਅਤੇ ਉਹਦਾ ਹੁਕਮ ਵਿੱਚ ਰਹਾਂਗੇ, ਇਸ ਭਵ ਸਾਗਰ 'ਚੋਂ ਪਾਰ ਹੋ ਜਾਵਾਂਗੇ। ਨਹੀਂ ਤਾਂ ਫਿਰ ਬਾਰ-ਬਾਰ ਇਸ ਦੁਨੀਆ ਦੇ ਵਿੱਚ ਸਾਨੂੰ ਵਾਪਸ ਆਉਣਾ ਪੈਣਾ, ਦੁੱਖਾਂ ਦਾ ਸਾਹਮਣਾ ਕਰਨਾ ਪੈਣਾ। ਇਹ ਹੁਣ ਆਪਾਂ ਨੇ ਆਪ ਨੇ ਵਿਚਾਰ ਕਰਨਾ ਹੈ, ਸੋਚਣਾ ਹੈ। ਰਾਧਾ ਸੁਆਮੀ। ਕਦਿਆ ਮਿਲ ਬਿਰਹਾ ਸਤਾਈ ਨੂੰ, 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 ਇਸ਼ਕ ਲਗੇ ਤਾਂ
ਸਤਾਈ ਨੂੰ ਕਦਿਆ ਮਿਲ ਬਿਰਹੋਂ ਸਤਾਈ स्मार्ट की खोज को सब्सक्राइब करो, ऑल के बटन को क्लिक करो, लाइक करो, शेयर करो ताकि परमार्थ के संबंधी सारी जानकारी की नोटिफिकेशन आपको मिल सके। राधा स्वामी जी।